ਸਰਬੱਤ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੁਰਸ਼ਬਦ ਵਿਚਾਰ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਨਾਲ ਨਰਾਇਣ ਮੇਰਾ ਜਮਦੂਤ ਨ ਆਵੈ ਨੀਰੈ। ਕੰਠ ਲਾਈ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਗੁਰ ਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ। ਦਾਸ ਕਉ ਸੁਮਤ ਦੀਤੀ ਰਹਾਉ। ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ। ਨਾਨਕ ਪ੍ਰਭ ਸ਼ਰਣਾਏ ਜਿਨ ਸਗਲੇ ਰੋਗ ਮਿਟਾਏ। ਪ੍ਰਭ ਸਗਲੇ ਥਾਨ ਬਸਾਏ ਸੁਖ ਸਾਂਦ ਫਿਰ ਆਏ। ਨਾਨਕ ਪ੍ਰਭ ਸ਼ਰਣਾਏ ਜਿਨ ਸਗਲੇ ਰੋਗ ਮਿਟਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਸਤਿਗੁਰੂ ਗਰੀਬ ਨਵਾਜ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੋਰਠ ਰਾਗ ਵਿੱਚ ਕਿਰਪਾ ਕਰਦੇ ਨੇ। ਇਹਦੇ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੈ ਨੇਰਾ। ਸਾਨੂੰ ਸਮੱਤ ਦੇ ਰਹੇ ਨੇ ਇਨਸਾਨ ਨੂੰ ਸਭ ਤੋਂ ਵੱਡਾ ਭੈ ਮੌਤ ਦਾ ਹੁੰਦਾ ਜੀ। ਸਭ ਤੋਂ ਵੱਡਾ ਬੰਦਾ ਬਿਮਾਰੀ ਤੋਂ ਨਹੀਂ ਡਰਦਾ। ਜਦੋਂ ਪਤਾ ਲੱਗਦਾ ਵੀ ਬਿਮਾਰੀ ਜਾਨ ਲੇਵਾ ਫਿਰ ਡਰਦਾ। ਇਹ ਤਾਂ ਦਵਾਈ ਖਾ ਲੈਂਦਾ ਫਿਰ ਆਪਣਾ ਕੰਮ ਕਰਨ ਲੱਗ ਪੈਂਦਾ। ਕੋਈ ਭੈ ਨਹੀਂ, ਪਤਾ ਵੀ ਬਿਮਾਰੀ ਠੀਕ ਹੋ ਜਾਣੀ। ਅਤੇ ਜਦੋਂ ਡਾਕਟਰ ਨੇ ਕਹਿ ਦਿੱਤਾ ਵੀ ਇਹ ਠੀਕ ਨਹੀਂ ਹੋਣੀ, ਇਹਨੇ ਤੁਹਾਡੀ ਮੌਤ ਕਰ ਦੇਣੀ ਆ, ਫਿਰ ਘਬਰਾ ਜਾਂਦਾ, ਫਿਰ ਡਰਦਾ। ਡਰ ਮੌਤ ਦਾ ਹੁੰਦਾ ਹੈ, ਬਿਮਾਰੀ ਦਾ ਕੋਈ ਡਰ ਨਹੀਂ। ਮੌਤ ਦਾ ਐਸਾ ਭੈ ਹੈ ਜਿਹਦੇ ਤੋਂ ਪਸ਼ੂ ਪਕਸ਼ੀ ਕੀੜੇ ਮਕੌੜੇ ਸਭ ਡਰਦੇ ਪਏ ਨੇ। ਮੌਤ ਨੇ ਹਰ ਇੱਕ ਨੂੰ ਡਰਾਇਆ ਹੋਇਆ ਹੈ ਜੀ। ਦੇਖ ਲਓ ਕਦੀ ਵੀ ਤਜਰਬਾ ਕਰਕੇ ਕਿਵੇਂ ਭੱਜਦੇ ਨੇ ਜਾਨਵਰ। ਉਹਨਾਂ ਨੂੰ ਪਤਾ ਸਾਡੀ ਮੌਤ ਹੈ। ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਕਹਿ ਦੇਵੇ ਵੀ ਤੁਹਾਡਾ ਜੂਨ ਤੋਂ ਛੁਟਕਾਰਾ ਹੋ ਜਾਊਗਾ, ਉਹਨਾਂ ਨੂੰ ਸਰੀਰ ਚੰਗਾ ਲੱਗਦਾ। ਜਿਸ ਘਰ ਵਿੱਚ ਰਹਿਣ ਲੱਗ ਪੈਂਦਾ ਬੰਦਾ ਉਹਨੂੰ ਘਰ ਚੰਗਾ ਹੀ ਲੱਗਦਾ। ਹੁਣ ਉਸ ਘਰ 'ਚ ਰਹਿੰਦੇ ਨੇ, ਚਾਹੇ ਕੋਈ ਪਸ਼ੂ ਦਾ ਘਰ ਹੈ ਚਾਹੇ ਪਕਸ਼ੀ ਦਾ ਘਰ ਹੈ, ਤਾਂ ਉਹਨਾਂ ਨੂੰ ਚੰਗਾ ਲੱਗਦਾ, ਉਹ 'ਚ ਰਹਿ ਰਹੇ ਨੇ। ਮਰਨ ਤੋਂ ਡਰਦੇ ਪਏ ਨੇ। ਮੌਤ ਦਾ ਬੜਾ ਭਿਆਨਕ ਭੈ ਹੈ। ਇਸ ਸੰਸਾਰ ਦੀ ਮਰਜ਼ਾਦਾ ਜੋ ਰੱਬ ਨੇ ਬਣਾ ਦਿੱਤੀ ਹੈ ਉਹ ਹੈ ਕੀ? ਕਹਿੰਦੇ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ। ਭਾਵ ਮੌਤ ਅਟੱਲ ਸੱਚਾਈ ਹੈ। ਮੌਤ ਨੇ ਆਉਣਾ, ਪਰ ਫਿਰ ਵੀ ਇਸ ਸੱਚਾਈ ਨੂੰ ਸਮਝਦਿਆਂ ਹੋਇਆਂ ਵੀ ਮੌਤ ਦਾ ਭੈ ਹੈ,
ਡਰ ਹੈ। ਜਿਹੜੀ ਘਟਨਾ ਵਾਪਰਨੀ ਆ, ਜਿੱਦਾਂ ਹੁਣ ਦਿਨ ਦਾ ਦਿਨ ਚੜ੍ਹਨਾ, ਕੋਈ ਭੈ ਨਹੀਂ। ਰਾਤ ਆਉਣੀ ਹੈ, ਕੋਈ ਭੈ ਨਹੀਂ। ਪਤਾ ਰਾਤ ਆਉਣੀ ਹੈ, ਕੋਈ ਭੈ ਨਹੀਂ। ਪਰ ਮੌਤ ਦਾ ਹੁਣ ਪਤਾ ਵੀ ਲੱਗ ਗਿਆ, ਮੌਤ ਨੇ ਆਉਣਾ, ਫਿਰ ਭੈ ਆ, ਫਿਰ ਭੈ ਬਣਿਆ ਹੋਇਆ, ਐਵੇਂ ਮਰ ਜਾਣਾ ਕਹਿਣਾ। ਹੁਣ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਲੇ ਜਦੋਂ ਇਹ ਗੱਲ ਦੱਸ ਦਿੱਤੀ, ਕਹਿੰਦੇ ਵੀ ਸਿਸਟਮ ਇੱਦਾਂ ਹੀ ਚੱਲਣਾ, ਜਨਮ ਵੀ ਹੈ, ਮੌਤ ਵੀ ਹੈ। ਜਨਮੰ ਤਾਂ ਮਰਣੰ, ਹਰਖੰ ਤਾਂ ਸੋਗੰ, ਉਹ ਚੱਲੀ ਜਾਂਦਾ, ਅਸੀਂ ਰੋਜ਼ ਭੋਗਦੇ ਹਾਂ। ਕਦੀ ਖੁਸ਼ੀ ਆ ਜਾਂਦੀ, ਕਦੀ ਗਮ ਆ ਜਾਂਦਾ। ਊਚੰ ਤਾਂ ਨੀਚੰ, ਇਹਨੂੰ ਵੀ ਇਹੋ ਅਸੈਪਟ ਕਰ ਲੈਂਦਾ, ਕੋਈ ਗੱਲ ਨਹੀਂ। ਜੇ ਅੱਜ ਗਰੀਬੀ ਆ, ਕੱਲ੍ਹ ਨੂੰ ਅਮੀਰ, ਗਰੀਬੀ ਦੇ ਦਿਨ ਵੀ ਦੂਰ ਹੋਣਗੇ। ਸੋ ਇਸ ਚੀਜ਼ ਨੂੰ ਇਹੋ ਅਸੈਪਟ ਕਰ ਲੈਂਦਾ, ਗਰੀਬੀ ਨੂੰ ਸਵੀਕਾਰ ਕਰ ਲੈਂਦਾ, ਕੋਈ ਗੱਲ ਨਹੀਂ, ਕੱਲ੍ਹ ਨੂੰ ਸਾਡੇ ਦਿਨ ਵੀ ਕਹਿਣਾ ਫਿਰਨਗੇ। ਪਰ ਕੀ ਕਾਰਨ ਹੈ? ਮੌਤ ਨੂੰ ਪ੍ਰਵਾਨ ਨਹੀਂ ਕਰਦਾ ਜੀ। ਮੌਤ ਨੂੰ, ਮੌਤ ਤੋਂ ਪੈ ਖਾਂਦਾ, ਡਰਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੰਨਾ ਚਿਕਰ ਤੂੰ ਮੌਤ ਨੂੰ ਪ੍ਰਵਾਨ ਨਹੀਂ ਕਰਦਾ, ਤੂੰ ਮੇਰੀ ਸਿੱਖੀ ਨਹੀਂ ਧਾਰਨ ਕਰ ਸਕਦਾ। ਕਹਿੰਦੇ ਤੂੰ ਮੇਰੇ ਮਾਰਗ 'ਤੇ ਨਹੀਂ ਚੱਲ ਸਕਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਕਹਿੰਦੇ ਤੂੰ ਚੱਲ ਹੀ ਨਹੀਂ ਸਕਦਾ ਇਸ ਮਾਰਗ 'ਤੇ। ਕੀ ਕਰਾਂ? ਕਹਿੰਦੇ ਮੌਤ ਨੂੰ ਪ੍ਰਵਾਨ ਕਰ ਲਾ ਬਸ। ਸੋ ਤੂੰ ਜਿਉਣਾ ਆਪਣਾ ਜਨਮ ਸਫਲਾ ਕਰਨ ਵਾਸਤੇ, ਨਾ ਕਿ ਮੌਤ ਤੋਂ ਬਚਣ ਵਾਸਤੇ ਜਿਉਣਾ। ਤੂੰ ਜਿਹੜਾ ਜਿਉਣਾ ਨਾ, ਜਨਮ ਸਫਲਾ ਕਰਨ ਵਾਸਤੇ ਜਿਉਣਾ। ਸੋ ਦਰਗਾਹ ਦੇ ਵਿੱਚ ਪੱਤ ਹੋਵੇ, ਜਮਦੂਤ ਵੀ ਇੱਜ਼ਤ ਦੇ ਨਾਲ ਮਿਲਣ, ਇਸ ਸੰਸਾਰ ਦੇ ਵਿੱਚ ਵੀ ਲੋਕ ਫਿਰ ਉਸਤਤ ਕਰਨ, ਭਾਵੇਂ ਬਾਅਦ ਵਿੱਚ ਇਹ ਕਰਨ। ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਹਾਨ ਨੂੰ ਉਸਤਤ ਕਰਨੀ ਹੀ ਪੈਂਦੀ ਹੈ। ਜਿਹੜੇ ਸੱਤ ਦੇ ਮਾਰਗ 'ਤੇ ਚੱਲ ਪੈਂਦੇ ਨੇ, ਜਹਾਨ ਭਾਵੇਂ ਅੱਜ ਉਸਤਤ ਕਰੇ, ਚਾਹੇ ਉਹਦੇ ਮਰਨ ਤੋਂ ਬਾਅਦ ਕਰੇ, ਉਹਨਾਂ ਨੂੰ ਕਰਨੀ ਹੀ ਪੈਂਦੀ ਹੈ। ਬਾਣੀ ਦਾ ਫਰਮਾਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਹੁਣ ਮਹਾਰਾਜ ਨੇ ਸਾਨੂੰ ਇੱਕ ਨੁਕਤਾ ਦੇ ਦਿੱਤਾ, ਕਹਿੰਦੇ ਜੇ ਰੱਬ ਨਾਲ ਹੋਵੇ ਜਮ ਨਹੀਂ ਆਉਂਦਾ। ਕਹਿੰਦੇ ਮਹਾਰਾਜ ਕਹਿੰਦੇ ਨਾਲ ਨਾਰਾਇਣ, ਨਾਰਾਇਣ ਜਿੱਥੇ ਅਗਿਆਨਤਾ ਨਹੀਂ ਹੈ, ਜਿੱਥੇ ਨਿਰਾ ਹੀ ਗਿਆਨ ਹੈ, ਅਗਿਆਨਤਾ ਦਾ ਹਨੇਰਾ ਨਹੀਂ ਹੈ, ਜਿੱਥੇ ਨਿਰਾ ਹੀ ਗਿਆਨ ਦਾ ਚਾਨਣ ਹੈ, ਉਹਨੂੰ ਨਾਰਾਇਣ ਕਿਹਾ ਜਾਂਦਾ ਹੈ। ਮੇਰੇ ਨਾਲ ਗਿਆਨ ਦਾ ਚਾਨਣ ਹੈ, ਗੁਰਬਾਣੀ ਦੇ ਗਿਆਨ ਦਾ ਚਾਨਣ ਹੈ, ਇਸ ਕਰਕੇ ਜਮਦੂਤ ਮੇਰੇ ਨੇੜੇ ਨਹੀਂ ਆਉਂਦਾ। ਮਹਾਰਾਜ ਨੇ ਸਾਨੂੰ ਸਮਝਾ ਦਿੱਤੀ ਬਾਤ, ਭਾਈ ਗੁਰਬਾਣੀ ਦਾ ਜਿਹੜਾ ਚਾਨਣ ਹੈ ਨਾ, ਉਹ ਲੈਣਾ ਸ਼ੁਰੂ ਕਰ ਦਿਓ। ਗੁਰਬਾਣੀ ਦੇ ਚਾਨਣ ਵਿੱਚ ਆ ਜਾਓ, ਗੁਰਬਾਣੀ ਪੜ੍ਹੋ, ਸੁਣੋ, ਵਿਚਾਰੋ, ਗੁਰਬਾਣੀ ਦਾ ਗਿਆਨ ਹਾਸਲ ਕਰੋ। ਕਹਿੰਦੇ ਜਮ ਨਹੀਂ ਨੇੜੇ ਆਵੇਗਾ। ਜਮ ਮੌਤ ਵੀ ਹੈ, ਜਮ ਦੁੱਖ ਵੀ ਹੈ। ਦੁੱਖ ਨੂੰ ਵੀ ਜਮ ਕਿਹਾ ਜਾਂਦਾ, ਜਿਹੜਾ ਦੁੱਖ ਦੇਣੇ ਵਾਲਾ ਉਸਨੂੰ ਵੀ ਜਮ ਕਿਹਾ ਜਾਂਦਾ। ਇਹਨਾਂ ਦਾ ਜਮ ਬਣ ਗਿਆ ਮੇਰੇ ਲਈ। ਹੁਣ ਕੋਈ ਬੰਦੇ ਨੂੰ ਬੰਦਾ ਤੰਗ ਹੀ ਕਰੀ ਜਾਵੇ, ਕਹਿ ਹੀ ਦਿੰਦਾ ਬੰਦਾ ਤੇ ਮੇਰੇ ਲਈ ਜਮ ਬਣ ਗਿਆ। ਜੀਂਦਾ ਜਮ ਆ ਕਹਿਣਾ, ਇਹ ਜੀਂਦਾ ਜਮ ਆ। ਨਾ ਤਾਂ ਜੀਂਦਾ ਜਮ ਬਣਨਾ ਕਦੀ, ਅਤੇ ਜੇ ਕੋਈ ਬਣਿਆ ਹੋਇਆ ਉਹਨੂੰ ਦੂਰ ਕਰਨਾ। ਭਾਵ ਕਿਸੇ ਨੂੰ ਨਾ ਤਾਂ ਦੁੱਖ ਦੇਣਾ, ਜੇ ਤੂੰ ਕੋਈ ਦੁੱਖ ਦਿੰਦਾ ਪਿਆ ਹੈ ਨਾ, ਗੁਰਬਾਣੀ ਦੇ ਚਾਨਣ ਵਿੱਚ ਆ ਜਾਣਾ। ਸੋ ਜੀਂਦਾ ਜੰਮ ਜਿਹੜਾ ਉਹਦੀ ਵਾਹ ਵਿੱਚ ਨਹੀਂ ਜਾਵੇਗੀ। ਇਹ ਜੰਮ ਤੋਂ ਭਾਵ ਹੁੰਦਾ ਜੱਜੇ ਤੋਂ ਅਰਥ ਹੁੰਦਾ ਜਨਮ, ਅਤੇ ਮੰਮੇ ਤੋਂ ਅਰਥ ਹੁੰਦਾ ਮੌਤ, ਜੰਮਣਾ ਅਤੇ ਮਰਨਾ। ਇਹ ਜੰਮਣ ਮਰਨ ਦਾ ਦੁੱਖ ਸਭ ਤੋਂ ਭਿਆਨਕ ਦੁੱਖ ਮੰਨਿਆ ਜਾਂਦਾ। ਦੁੱਖ ਤਾਂ ਬੜੇ ਨੇ ਸੰਸਾਰ ਦੇ ਵਿੱਚ, ਭਰਿਆ ਹੋਇਆ ਸੰਸਾਰ ਦੁੱਖਾਂ ਦੇ ਨਾਲ, ਪਰ ਸਭ ਤੋਂ ਭਿਆਨਕ ਦੁੱਖ ਜਿਹੜਾ ਇੱਕ ਜਨਮ ਹੈ, ਇੱਕ ਮੌਤ ਹੈ। ਦੋ ਦੁੱਖ ਬਹੁਤ ਵੱਡੇ ਨੇ। ਜਾਪ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਦੋ ਕਾਲੰ ਪਰਨਾਸੀ। ਦੋ ਕਾਲ ਕਿਹੜੇ? ਜਨਮ ਦਾ, ਇੱਕ ਮੌਤ ਦਾ। ਦਿਆਲੰ ਸਰੂਪੇ। ਸੋ ਐਸਾ ਦਿਆਲੂ ਹੈ, ਦੋ ਕਾਲ ਹੀ ਖਤਮ ਕਰ ਦਿੰਦਾ ਹੈ। ਜਨਮ ਦਾ ਸਮਾਂ ਵੀ ਖਤਮ ਕਰ ਦਿੰਦਾ ਹੈ, ਮੌਤ ਦਾ ਸਮਾਂ ਵੀ ਖਤਮ ਕਰ ਦਿੰਦਾ ਹੈ। ਕਰਨਾ ਕੀ? ਕਹਿੰਦੇ ਨਾਰਾਇਣ ਨੂੰ ਨਾਲ ਲੈਣਾ। ਭਾਵ ਨਾਰਾਇਣ ਕੌਣ ਹੈ? ਗੁਰਬਾਣੀ ਦਾ ਗਿਆਨ।
ਨਾਰਾਇਣ ਦਾ ਅਰਥ ਤਾਂ ਇਹੋ ਹੀ ਹੈ ਜਿੱਥੇ ਭਈ ਰਾਤ ਨਹੀਂ ਹੈ। ਨਾ ਰਾਇਣ ਨਾ ਰੈਣ, ਜਿੱਥੇ ਰਾਤ ਨਹੀਂ ਹੈ, ਜਿੱਥੇ ਗਿਆਨ ਹੈ, ਅਗਿਆਨਤਾ ਇਹਦਾ ਹਨੇਰਾ ਨਹੀਂ ਹੈ। ਗੁਰਬਾਣੀ ਦਾ ਗਿਆਨ, ਗੁਰਬਾਣੀ ਦਾ ਚਾਨਣ ਜਿਸ ਦੇ ਪਾਸ ਹੈ, ਕਹਿੰਦੇ ਜਮ ਉਹਦੇ ਨੇੜੇ ਨਹੀਂ ਆਉਂਦਾ। ਮਹਾਰਾਜ ਜੀ ਕਹਿੰਦੇ ਸੰਸਾਰਕ ਦੁੱਖ, ਜੰਮਣ ਮਰਨ ਅਤੇ ਪ੍ਰਤੱਖ ਰੂਪ ਦੇ ਵਿੱਚ ਜਿਹੜੇ ਧਰਮ ਰਾਜੇ ਦੇ ਦੂਤ ਨੇ ਲੈਣ ਆਉਂਦੇ ਨੇ, ਕਹਿੰਦੇ ਨੇੜੇ ਵੀ ਨਹੀਂ ਆਉਂਦੇ ਪਾਤਸ਼ਾਹ। ਕਹਿੰਦੇ ਹਜ਼ੂਰ ਅੱਗੇ ਕਹਿੰਦੇ ਨੇ ਕੰਠ ਲਾਏ ਪ੍ਰਭ ਰਾਖੈ, ਸਤਿਗੁਰ ਕੀ ਸੱਚ ਸਾਖੈ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਫਿਰ ਉਹਨਾਂ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ, ਜਿਹੜੇ ਗੁਰਬਾਣੀ ਦੇ ਗਿਆਨ ਨੂੰ ਹਾਸਲ ਕਰਦੇ ਨੇ। ਗੁਰੂ ਵਾਲੇ ਹੋਣਾ ਮਤਲਬ ਗੁਰਬਾਣੀ ਨੂੰ ਧਾਰਨ ਕਰ ਲਿਆ, ਗੁਰਬਾਣੀ ਹਿਰਦੇ ਵਿੱਚ ਟਿਕ ਗਈ, ਗੁਰਬਾਣੀ ਤੋਂ ਬਿਨਾਂ ਹੁਣ ਰਹਿ ਹੀ ਨਹੀਂ ਸਕਦਾ, ਹੈ ਨਾ। ਗੁਰੂ ਵਾਲਾ ਤਾਂ ਇਹੋ ਹੀ ਆ ਵੀ ਹੁਣ ਗੁਰੂ ਤੋਂ ਬਿਨਾਂ ਜੀਵਨ ਹੀ ਹੈ ਨਹੀਂ ਗਾ, ਵੀ ਗੁਰੂ ਤੋਂ ਬਿਨਾਂ ਜੀਵਨ ਨਹੀਂ ਹੈ। ਜੀਵਨ ਹੈ ਸਾਰਾ ਹੀ ਗੁਰੂ ਦੇ ਲੇਖੇ, ਉਹਨੂੰ ਕਹਿ ਸਕਦੇ ਗੁਰੂ ਵਾਲਾ, ਜਿਹੜਾ ਆਪਣੇ ਵਾਸਤੇ ਨਹੀਂ ਹੁਣ ਜੀਂਦਾ, ਹੁਣ ਗੁਰੂ ਵਾਸਤੇ ਜਿਉਂਦਾ ਹੈ। ਗੁਰੂ ਵਾਸਤੇ ਹੀ ਜਨਮ, ਗੁਰੂ ਵਾਸਤੇ ਹੀ ਜ਼ਿੰਦਗੀ, ਗੁਰੂ ਵਾਸਤੇ ਹੀ ਮੌਤ। ਉਹ ਕਾਹਦੇ ਵਾਸਤੇ? ਗੁਰੂ ਨੂੰ ਤਾਂ ਕੋਈ ਲੋੜ ਨਹੀਂ, ਪਰ ਮੈਨੂੰ ਲੋੜ ਹੈ ਨਾ, ਕਿਉਂਕਿ ਮੈਂ ਜੰਮਣ ਮਰਨ ਤੋਂ ਤੰਗ ਆ ਗਿਆ, ਮੈਂ 84 ਦੇ ਚੱਕਰਾਂ 'ਚ ਤੰਗ ਆ ਗਿਆ, ਮੈਂ ਸੰਸਾਰ 'ਚ ਨਹੀਂ ਆਉਣਾ ਚਾਹੁੰਦਾ। ਕਹਿੰਦੇ ਫਿਰ ਤੂੰ ਮੇਰਾ ਹੋ ਜਾ, ਨਾ ਤੇਰਾ ਜਨਮ ਨਾ ਮੌਤ ਨਾ ਕੋਈ ਦੁੱਖ, ਤੂੰ ਹਮੇਸ਼ਾ ਲਈ ਕਹਿੰਦੇ ਇੱਥੋਂ ਮੁਕਤ ਹੋ ਜਾਊਗਾ ਜੇ ਤੂੰ ਮੇਰਾ ਹੋਏ ਰਹਿ, ਮੇਰਾ ਹੋ ਜਾ। ਕਹਿੰਦੇ ਸਭ ਜੱਗ ਤਾਂ ਤਦੇ ਹੀ ਤੇਰਾ ਹੋਣਾ, ਜਦੋਂ ਇਹ ਜੱਗ ਤੋਂ ਉੱਪਰ ਉੱਠ ਗਿਆ ਤਦੇ ਹੀ ਤੇਰਾ। ਆਸਮਾਨ ਦੇ ਉੱਪਰ ਜਦੋਂ ਬੰਦਾ ਉੱਪਰੋਂ ਦੇਖਦਾ ਨਾ, ਉਹਨੂੰ ਸਾਰਾ ਛੋਟਾ ਜਿਹਾ ਦਿਖਦਾ, ਧਰਤੀ ਕਿੰਨੀ ਕੁ ਦੀ ਛੋਟੀ ਜਿਹੀ ਦੀ ਗੇਂਦ ਜਿਹੀ ਦੀਦੀ ਹੈ। ਸੋ ਜਦੋਂ ਇਹ ਉੱਪਰ ਉੱਠਦਾ ਨਾ, ਸਾਰਾ ਜੱਗ ਨੂੰ ਆਪਣਾ ਦੀਦਾ, ਫਿਰ ਜਦੋਂ ਤਿੰਨਾਂ ਗੁਣਾਂ ਤੋਂ ਉੱਪਰ ਉੱਠਦਾ। ਗੁਰਬਾਣੀ ਦਾ ਗਿਆਨ ਇਹਨੂੰ ਤਾਂ ਚੱਕ ਸਕਦਾ, ਹੋਰ ਨਹੀਂ ਕੋਈ ਚੱਕ ਸਕਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹਦੇ ਕੋਲ ਗੁਰਬਾਣੀ ਦਾ ਫਿਰ ਗਿਆਨ ਹੈ, ਕੰਠ ਲਾਏ ਪ੍ਰਭ ਰਾਖੇ, ਉਹਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ ਰੱਬ। ਸਤਿਗੁਰ ਕੀ ਸੱਚ ਸਾਖੈ, ਸਤਿਗੁਰੂ ਜੀ ਦੀ ਇਹ ਗਵਾਹੀ ਹੈ ਨਾਲ। ਸਾਖੈ ਹੁੰਦੀ ਗਵਾਹੀ ਭਰਨੀ, ਸਾਖ ਭਰਨੀ, ਗਵਾਹੀ ਦੇਣੀ, ਇਹ ਸੱਚੀ ਗਵਾਹੀ ਹੈ। ਮਹਾਰਾਜ ਕਹਿੰਦੇ ਸਤਿਗੁਰੂ ਜੀ ਦੀ। ਹੁਣ ਜਿਸ ਦੀ ਗਵਾਹੀ ਸਤਿਗੁਰੂ ਜੀ ਭਰਦੇ ਨੇ, ਸਤਿਗੁਰੂ ਨੇ ਗਵਾਹੀ ਕਿਹਦੀ ਭਰਨੀ ਹੈ? ਸਤਿਗੁਰੂ ਨੇ ਗਵਾਹੀ ਉਹਦੀ ਭਰਨੀ ਹੈ ਜਿਹੜਾ ਰੋਜ਼ ਸਤਿਗੁਰੂ ਜੀ ਨੂੰ ਰਿਪੋਰਟ ਕਰਦਾ, ਉਹਦੀ ਗਵਾਹੀ ਭਰਨੀ ਵੀ ਹਾਂ ਵੀ ਮੈਂ ਜਾਣਦਾ, ਮੈਨੂੰ ਪਤਾ, ਮੇਰੇ ਕਹਿਣੇ 'ਚ ਹੈ, ਹੁਕਮ 'ਚ ਹੈ। ਜਿਹੜਾ ਗੁਰੂ ਦੇ ਹੁਕਮ 'ਚ ਆ ਗਿਆ, ਸਤਿਗੁਰੂ ਉਸ ਦੀ ਸਾਖ ਭਰਦੇ ਨੇ, ਉਸ ਦੀ ਗਵਾਹੀ ਹੈ। ਜੇ ਜਿਸ ਦੀ ਸਤਿਗੁਰੂ ਜੀ ਸਾਖ ਭਰ ਦਿੰਦੇ ਨੇ ਤੇ ਫਿਰ ਉਹਨੂੰ ਰੱਬ ਕੰਠ ਨਾਲ ਲਾ ਲੈਂਦਾ, ਪਿੰਨੇ ਵੀ ਗੁਰੂ ਇਹਦੇ ਪੱਖ 'ਚ ਹੈ, ਗੁਰੂ ਨੇ ਕਹਿ ਦਿੱਤਾ, ਇਸ ਕਰਕੇ ਇਹਦਾ ਕੋਈ ਲੇਖਾ ਹਿਸਾਬ ਨਹੀਂ। ਸਾਖ ਸਾਖੈ, ਸਾਖੈ ਸਿੱਖਿਆ ਨੂੰ ਵੀ ਕਿਹਾ ਜਾਂਦਾ ਹੈ, ਸਾਖੈ ਸਿੱਖਿਆ ਨੂੰ ਵੀ ਕਿਹਾ ਜਾਂਦਾ ਹੈ। ਜਿਹੜਾ ਸਤਿਗੁਰੂ ਜੀ ਦੀ ਸੱਚੀ ਸਿੱਖਿਆ ਨੂੰ ਹਾਸਲ ਕਰ ਲੈਂਦਾ, ਗੁਰਬਾਣੀ ਨੂੰ ਜਿਹਨੇ ਹਾਸਲ ਕਰ ਲਿਆ, ਫਿਰ ਅਕਾਲ ਪੁਰਖ ਪਰਮਾਤਮਾ ਨੂੰ ਕੰਠ ਦੇ ਨਾਲ ਲਾਉਂਦਾ ਹੈ, ਉਹਨੂੰ ਆਪਣੇ ਗਲੇ ਵਿੱਚ ਗਲੇ ਨਾਲ ਲਾਉਂਦਾ। ਭਾਵ ਜਿਸ ਨੇ ਗੁਰਬਾਣੀ ਨੂੰ ਆਪਣਾ ਆਧਾਰ ਬਣਾ ਲਿਆ, ਜਿਹੜਾ ਕਹਿੰਦਾ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਅਭਿਆਸ ਸ਼ੁਰੂ ਤਾਂ ਸੋ ਬੜੀ ਔਖਿਆਈ ਹੁੰਦੀ, ਪਰ ਜਿਹੜੇ ਅਭਿਆਸੀ ਹੋ ਜਾਂਦੇ ਨਾ, ਅਤੇ ਉਸ ਵੇਲਾ ਬਾਣੀ ਪੜ੍ਹਦਿਆਂ ਸੁਣਦਿਆਂ, ਪੜ੍ਹਦਿਆਂ ਸੁਣਦਿਆਂ ਉਹ ਘਾਸਾ ਐਸਾ ਲੱਗਦਾ ਹਿਰਦੇ ਦੇ ਵਿੱਚ, ਅੰਦਰ ਫਿਰ ਬਾਣੀ ਚੱਲਣ ਲੱਗ ਪੈਂਦੀ, ਉਹ ਘਾਸ ਲੱਗ ਗਏ ਨਾ। ਜਿਸ ਕੰਮ ਨੂੰ ਅਸੀਂ ਕਰਦੇ ਹਾਂ ਬੰਦਾ ਉੱਦਾਂ ਦਾ ਹੋ ਜਾਂਦਾ ਜੀ। ਹੁਣ ਇਹ ਬੰਦਾ ਅੱਗੇ ਪੁਲਿਸ ਦੀ ਨੌਕਰੀ ਕਰਦਾ, ਜਦੋਂ ਰਿਟਾਇਰ ਹੋ ਕੇ ਘਰ ਆਉਂਦਾ ਤਾਂ ਘਰਦਿਆਂ ਨੂੰ ਦਬਕੇ ਮਾਰੀ ਜਾਊਗਾ, ਉਹਦਾ ਘਾਸਾ ਲੱਗ ਗਿਆ। ਚਾਹੇ ਕੋਈ ਮਿਲਟਰੀ ਮੈਨ ਆ, ਉਹਨੇ 30-35 ਸਾਲ ਨੌਕਰੀ ਕੀਤੀ, ਉਹ ਮਨ 'ਤੇ ਐਸਾ ਘਾਸਾ ਵੱਜਾ, ਬਸ ਉਹ ਸਾਰਾ ਕੰਮ ਉੱਦਾਂ ਦਾ ਜਿੱਦਾਂ ਦਾ ਉਹ ਬਣਿਆ ਸੀਗਾ, ਬਸ ਨਹੀਂ ਉਹਦਾ ਅਭਿਆਸ ਹੋਇਆ ਪਿਆ। ਇੱਦਾਂ ਜਿਹੜਾ ਭਗਤ ਹੁੰਦਾ ਉਹਦਾ ਪੂਰੀ ਜ਼ਿੰਦਗੀ ਦਾ ਅਭਿਆਸ ਆ। ਹੁਣ ਉਹਦਾ ਪੂਰੀ ਜ਼ਿੰਦਗੀ ਦਾ ਅਭਿਆਸ, ਬਾਣੀ ਪੜ੍ਹੀ ਜਾਣੀ ਜਾਂ ਬਾਣੀ ਸੁਣਨੀ ਹੈ, ਪੜ੍ਹਨੀ ਹੈ, ਵਿਚਾਰਨੀ ਹੈ, ਸੰਗਤ ਦੇ ਵਿੱਚ ਆਉਣਾ, ਉਹ ਉੱਦਾਂ ਦਾ ਹੀ ਹੋ ਜਾਂਦਾ। ਉਹ ਜਦੋਂ ਸੌਣਾ ਵੀ ਉਸ ਵੇਲੇ ਵੀ ਉਹਦਾ ਇਹੀ ਸਿਸਟਮ ਚੱਲਣਾ, ਸੁਪਨੇ ਵਿੱਚ ਵੀ ਇਹੀ, ਕਦੀ ਸੰਗਤ ਵਿੱਚ ਬੈਠਾ, ਕਦੀ ਬਾਣੀ ਪੜ੍ਹਦਾ, ਕਦੀ ਬਾਣੀ ਦੀ ਵਿਚਾਰ ਕਰਦਾ, ਕਦੀ ਸੇਵਾ ਕਰਦਾ। ਸੋ ਉਹਦਾ ਸੁਭਾਅ ਹੀ, ਉਹਨੂੰ ਕਹਿੰਦੇ ਤਨ ਅਤੇ ਮਨ ਉਹਦਾ ਇੱਕ ਹੋ ਜਾਂਦਾ, ਫਿਰ ਅੰਦਰੋਂ ਬਾਹਰੋਂ ਜੀਓ ਨਿਰਮਲ ਅਤੇ ਬਾਹਰੋਂ ਨਿਰਮਲ,
ਬਾਣੀ ਨੇ ਤਾਂ ਨਿਰਮਲ ਹੀ ਕਰਨਾ। ਜੋ ਬਾਣੀ ਦੀ ਵਿਚਾਰ ਚੱਲਦੀ, ਬਾਣੀ ਦਾ ਨਿਰਮਲ ਕਰਨਾ ਹੀ ਕਰਨਾ, ਸੁਭਾਅ ਬਣ ਜਾਂਦਾ ਉਸ ਦਾ। ਇਸ ਕਰਕੇ ਮਹਾਰਾਜ ਸੱਚੇ ਕਹਿੰਦੇ ਅਭਿਆਸ ਕਰੋ। ਨਿਤਨੇਮ ਸਾਨੂੰ ਕਿਉਂ ਦਿੱਤਾ? ਨਿਤਨੇਮ ਕਿਉਂ ਦਿੱਤਾ? ਇਸੇ ਕਰਕੇ ਨਿਤਨੇਮ ਸਾਨੂੰ ਦਿੱਤਾ ਵੀ ਰੋਜ਼ ਤੂੰ ਬਾਣੀ ਪੜ੍ਹੇਗਾ। ਜੇ ਮਨ ਨਹੀਂ ਵੀ ਲੱਗਦਾ ਫਿਰ ਵੀ ਗੁਰਸਿੱਖ ਨਿਤਨੇਮ ਕਰਦਾ ਵੀ ਨਿਤਨੇਮ ਬੜਾ ਜ਼ਰੂਰੀ ਹੈ, ਗੁਰੂ ਦਾ ਹੁਕਮ ਹੈ, ਉੱਤੇ ਕੋਈ ਕਿੰਦੂ ਪਰੰਤੂ ਨੂੰ ਬਸ ਨਿਤਨੇਮ ਇਹਨੂੰ ਖਿੱਚ ਲੈਂਦਾ। ਫਿਰ ਗੁਰੂ ਸਾਹਿਬ ਜੀ ਨਿਤਨੇਮ ਦੇ ਜ਼ਰੀਏ ਸਿੱਖ ਨੂੰ ਆਪਣੇ ਕੋਲ ਖਿੱਚਦੇ ਆ। ਜੇ ਸਿੱਖ ਨਿਤਨੇਮ ਛੱਡ ਦੇਵੇ ਫਿਰ ਗੁਰੂ ਤੋਂ ਦੂਰੀ ਬਣਦੀ ਏ। ਜੇ ਸਿੱਖ ਨਿਤਨੇਮ ਨਹੀਂ ਛੱਡਦਾ ਫਿਰ ਇੱਕ ਦਿਨ ਐਸਾ ਆਉਂਦਾ ਜਦੋਂ ਗੁਰੂ ਦੇ ਬਹੁਤ ਨੇੜੇ ਆ ਜਾਂਦਾ। ਨਿਤਨੇਮ ਨੇ ਖਿੱਚ ਲਿਆ ਇਸ ਨੂੰ। ਇਸ ਕਰਕੇ ਨਿਤਨੇਮ ਨਹੀਂ ਫਿਰ ਸਿੱਖ ਛੱਡਦਾ। ਜੇ ਛੱਡ ਦਿੰਦਾ ਉਹ ਸਿੱਖ ਨਹੀਂ, ਜੇ ਨਿਤਨੇਮ ਹੀ ਛੱਡ ਗਿਆ ਫਿਰ ਸਿੱਖ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਕੀ ਸੱਚ ਸੱਖ ਹੈ। ਸਤਿਗੁਰੂ ਜੀ ਦੀ ਜਿਹੜੀ ਸੱਚੀ ਸਿੱਖਿਆ ਗੁਰਬਾਣੀ ਦੇ ਨਾਲ ਜਿਹੜਾ ਜੁੜਦਾ ਹੈ, ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਕੰਠ ਦੇ ਨਾਲ ਲਾਉਂਦਾ। ਕੰਠ ਲਾਏ ਪ੍ਰਭ ਰਾਖੈ। ਜਿਹੜਾ ਸਤਿਗੁਰੂ ਦੀ ਸਿੱਖਿਆ ਨੂੰ ਸੁਣਦਾ, ਅਭਿਆਸ ਕਰਦਾ, ਕਮਾਉਂਦਾ, ਅਕਾਲ ਪੁਰਖ ਉਹਦੇ ਕੰਠ ਵਿੱਚ ਸਿੱਖਿਆ ਰੱਖ ਦਿੰਦਾ। ਸੁਭਾਅ ਗੁਰਬਾਣੀ ਉਸਨੇ ਯਾਦ ਨਹੀਂ ਕੀਤੀ ਪਰ ਅੰਦਰ ਬਾਣੀ ਚੱਲਣ ਲੱਗ ਪੈਂਦੀ ਹੈ। ਉਹ ਰੱਖ ਦਿੱਤੀ ਬਾਣੀ ਉਹਦੇ ਕੰਠ ਦੇ ਵਿੱਚ, ਮਹਾਰਾਜ ਨੇ ਉਹਦੇ ਕੰਠ 'ਚ ਟਿਕਾ ਕੇ ਰੱਖ ਦਿੱਤੀ। ਉਹਦੀ ਅਕਾਲ ਪੁਰਖ ਦੀ ਮੌਜ ਹੈ। ਰਸਨਾ 'ਤੇ ਟਿਕਾ ਦੇਵੇ ਬਾਣੀ, ਕੰਠ 'ਚ ਟਿਕਾ ਦੇਵੇ, ਹਿਰਦੇ 'ਚ ਟਿਕਾ ਦੇਵੇ, ਕੰਨਾਂ 'ਚ ਟਿਕਾ ਦੇਵੇ, ਨੇਤਰਾਂ 'ਚ ਟਿਕਾ ਦੇਵੇ। ਕਿ ਐਸੇ ਵੀ ਹੁੰਦੇ ਅੱਖਾਂ ਜਦੋਂ ਬੰਦ ਕਰਦੇ ਆ ਨਾ ਅਤੇ ਉਸ ਵੇਲੇ ਦੀ ਅੱਖਾਂ ਦੇ ਅੱਗੇ ਬਾਣੀ ਦੀਆਂ ਪੰਗਤੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅੱਖਾਂ ਤਾਂ ਬੰਦ ਹੈ, ਅੱਖਾਂ ਤਾਂ ਬੰਦ ਹੈ, ਬਾਣੀ ਦੀਆਂ ਪੰਗਤੀਆਂ ਆ ਰਹੀਆਂ ਨੇ, ਨੇਤਰਾਂ 'ਚ ਬਾਣੀ ਟਿਕੀ ਹੋਈ ਹੈ। ਅਭਿਆਸ ਹੋ ਗਿਆ। ਕਿਤੇ ਬਹੁਤ ਬਾਣੀ ਪੜ੍ਹਦੇ ਬੰਦੇ ਦਾ ਅਭਿਆਸ ਹੋ ਜਾਂਦਾ। ਅਤੇ ਇਹ ਅਕਾਲ ਪੁਰਖ ਦੀ ਮੌਜ ਹੈ। ਅਤੇ ਜਿਹੜੀ ਵੀ ਮਰਜ਼ੀ ਦਾਤ ਦੇ ਦੇਵੇ, ਉਹਦੀ ਦਿੱਤੀ ਹੋਈ ਦਾਤ ਦੇ ਵਿੱਚ ਆਨੰਦ ਬੜਾ। ਜਿਹੜੀ ਵੀ ਦਾਤ ਉਹ ਦਿੰਦਾ ਨਾ, ਉਹ ਦਾਤ ਲੈ ਲਵੇ। ਸੇਵਾ ਦੇ ਦੇਵੇ, ਸਿਮਰਨ ਦੇ ਦੇਵੇ, ਬਾਣੀ ਦੇ ਦੇਵੇ, ਕੀਰਤਨ ਦੇ ਦੇਵੇ, ਕਥਾ ਦੇ ਦੇਵੇ। ਸੋ ਜੋ ਵੀ ਦਾਤ, ਉਹ ਜਦੋਂ ਉਹ ਦਾਤ ਦਿੰਦਾ ਨਾ, ਉਹ ਬੰਦਗੀ ਹੈ, ਉਹਦੇ ਵਿੱਚ ਆਨੰਦ ਬਣਦਾ। ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਗੁਰ ਪੂਰਾ ਪੂਰੀ ਕੀਤੀ, ਦੁਸ਼ਮਨ ਮਾਰ ਵਿਡਾਰੇ ਸਗਲੇ, ਦਾਸ ਕਉ ਸੁਮਤ ਦਿੱਤੀ। ਹੁਣ ਗੁਰੂ ਪੂਰਾ ਹੈ ਨਾ, ਪੂਰੇ ਗੁਰਾਂ ਨੇ ਮੇਰੀ ਅਧੂਰੀ ਮੱਤ ਨੂੰ ਪੂਰਾ ਕਰ ਦਿੱਤਾ। ਜਦੋਂ ਮੱਤ ਦੇ ਵਿੱਚ ਸੰਸਾਰਿਕ ਖਿਆਲਾਤ ਚੱਲਦੇ ਨੇ, ਮੱਤ ਅਧੂਰੀ ਹੈ। ਜਦੋਂ ਮੱਤ ਦੇ ਵਿੱਚ ਗੁਰਬਾਣੀ ਦੀ ਵਿਚਾਰ ਚੱਲ ਪੈਂਦੀ, ਮੱਤ ਪੂਰੀ ਹੋ ਜਾਂਦੀ ਜੀ। ਇਹਦਾ ਅਭਿਆਸ ਵਧਾ ਲਓ ਨਾ ਗੁਰਬਾਣੀ ਦੀ ਵਿਚਾਰ ਦਾ। ਮਹਾਰਾਜ ਕੋ ਹਰ ਵਾਰ ਮੰਗੋ ਐਸੀ ਮੱਤ ਦੀਜੈ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ, ਸਾ ਮੱਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ। ਜਦੋਂ ਮੱਤ ਮੰਗੀ, ਉਹੀ ਵਾਰ ਮੱਤ ਮੰਗੀ ਗਏ, ਉਹੀ ਮੱਤ ਮੰਗੀ, ਉਹ ਮੱਤ ਪੂਰੀ ਹੋ ਜਾਂਦੀ। ਔਰ ਪੂਰੀ ਮੱਤ ਵਾਲੇ ਦੇ ਕੋਲ ਚਾਨਣ ਬੜਾ। ਰੱਬ ਨੂੰ ਕਿਹਾ ਨਾ ਪੂਰੀ ਮੱਤ ਵਾਲਾ, ਤੂੰ ਪ੍ਰਭ ਦਾਤਾ ਦਾਨ ਮੱਤ ਪੂਰਾ। ਪੂਰੀ ਮੱਤ ਦੇ ਕੋਲ ਨਿਰਣਾ ਬਹੁਤ ਪਰਫੈਕਟ ਹੁੰਦਾ। ਹਰ ਇੱਕ ਬਾਤ ਦਾ ਨਿਰਣਾ ਬਹੁਤ ਪਰਫੈਕਟ ਕਰਦਾ, ਕਿਉਂਕਿ ਉਹਦੀ ਮੱਤ ਪੂਰੀ ਹੋ ਗਈ। ਗੁਰਬਾਣੀ ਦੀ ਕਿਰਪਾ ਦੇ ਨਾਲ ਪੂਰੀ ਮੱਤ ਹੋ ਸਕਦੀ, ਨਹੀਂ ਤਾਂ ਅਧੂਰੀ ਮੱਤ ਹੁੰਦੀ। ਅਧੂਰੀ ਮੱਤ ਦੇ ਨਾਲ ਹੀ ਜੀਂਦਾ ਹੈ, ਅਧੂਰੀ ਮੱਤ ਹੀ ਲੈ ਕੇ ਮਰ ਮੁੱਕ ਜਾਂਦਾ। ਪੂਰੀ ਮੱਤ ਨਹੀਂ ਹੁੰਦੀ। ਜਦੋਂ ਗੁਰੂ ਕਿਰਪਾ ਕਰਦਾ ਫਿਰ ਪੂਰੀ ਮੱਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਗੁਰ ਪੂਰਾ ਹੈ, ਪੂਰੇ ਗੁਰਾਂ ਨੇ ਪੂਰੀ ਕੀਤੀ, ਮੇਰੀ ਮੱਤ ਪੂਰੀ ਕਰ ਦਿੱਤੀ। ਹੁਣ ਮੇਰੇ 'ਚ ਉਹਨੇ ਪਾਵਰ ਦੇ ਦਿੱਤੀ। ਜਿਹੜੇ ਮੇਰੇ ਅੰਦਰ ਜਿਹੜੇ ਦੁਸ਼ਮਣ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰ ਵਿਡਾਰੇ ਸਗਲੇ, ਦੂਰ ਕਰ ਦਿੱਤੇ, ਮਾਰ ਕੇ ਭਜਾ ਦਿੱਤੇ। ਕਹਿੰਦੇ ਦਾਸ ਕਉ ਸੁਮਤ ਦਿੱਤੀ। ਮੈਨੂੰ ਉਸਨੇ ਇਹ ਚੰਗੀ ਮੱਤ ਦੇ ਦਿੱਤੀ ਵੀ ਇਹ ਆ ਖਰਾਬੀਆਂ ਕਰਨੇ ਵਾਲੇ। ਐਵੇਂ ਬੰਦਿਆਂ 'ਤੇ ਦੋਸ਼ ਨਾ ਦੇ ਵੀ ਫਲਾਨਾ ਖਿਲਾਫ ਕਰਦਾ, ਫਲਾਨਾ ਸਿੰਘ, ਫਲਾਨੀ ਕੌਰ, ਮਾਂ ਭੈਣ ਭਾਈ ਮਿੱਤਰ, ਹੈ ਨਾ। ਨਹੀਂ, ਇਹ ਨਹੀਂ ਕਰਦੇ। ਇਹਨਾਂ ਦੇ ਵਿੱਚ ਜਿਹੜੇ ਵਿਕਾਰ ਨੇ ਉਹ ਕਰਦੇ ਨੇ। ਉਹ ਵੀ ਦੂਰ ਦੀ ਗੱਲ ਹੈ। ਜਿਹੜੇ ਤੇਰੇ ਅੰਦਰਲੇ ਵਿਕਾਰ ਨੇ ਤੈਨੂੰ ਉਹ ਤੈਨੂੰ ਖਰਾਬ ਕਰਦੇ। ਹੁਣ ਮੇਰੇ 'ਚ ਹੰਕਾਰ ਹੈ। ਜੇ ਕਿਸੇ ਨੇ ਮੈਨੂੰ ਕੋਈ ਗੱਲ ਕਹਿ ਦਿੱਤੀ, ਮੇਰੇ ਹੰਕਾਰ ਨੇ ਮੈਨੂੰ ਤੰਗ ਕਰਨਾ, ਨਾ ਕੋਈ ਗੱਲ ਕਹੀ ਹੋਈ ਨੇ ਮੈਨੂੰ ਤੰਗ ਕਰਨਾ, ਕਿਉਂਕਿ ਅੰਦਰ ਹੰਕਾਰ ਬੈਠਾ ਹੈ। ਮੈਨੂੰ ਗੱਲ ਕਹਿ ਤਾਂ ਕਹਿ ਕੇ ਦਿੱਤੀ। ਅੰਦਰਲਾ ਜਿਹੜਾ ਮੇਰਾ ਕ੍ਰੋਧ ਹੈ ਉਹ ਭਾਂਬੜ ਵੜ ਕੇ ਉੱਠੇਗਾ, ਅੰਦਰਲਾ ਲੋਭ ਤੰਗ ਕਰੇਗਾ। ਪਦਾਰਥ ਪਏ ਹੋਏ ਨੇ,
ਅੰਦਰੋਂ ਲੋਭ ਜਾਗਿਆ ਨਹੀਂ ਤਾਂ ਫਿਰ ਉਹ ਤੰਗ ਕਰਦਾ। ਫਿਰ ਮਹਾਰਾਜ ਨੇ ਸਮੱਤ ਦੇ ਦਿੱਤੀ। ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਅੰਦਰਲੇ ਵਿਕਾਰ ਨੇ ਇਹੋ ਹੀ ਤੇਰੇ ਦੁਸ਼ਮਣ ਨੇ, ਤੈਨੂੰ ਚੈਨ ਨਾ ਜੀਣ ਨਹੀਂ ਦਿੰਦੇ, ਨਾ ਦਿਨੇ ਚੈਨ ਹੈ ਨਾ ਰਾਤ ਨੂੰ ਨੀਂਦ ਹੈ, ਇਹਨਾਂ ਨੂੰ ਮਾਰ। ਕਿੱਦਾਂ ਮਾਰਨਾ? ਕਹਿੰਦੇ ਬਸ ਸ਼ਬਦ ਦਾ ਸਹਾਰਾ ਲੈ ਲਾ, ਸ਼ਬਦ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ। ਹਾਂਜੀ, ਸੋ ਗਿਆਨ ਦੀ ਖੜਗ ਹੱਥ ਵਿੱਚ ਲੈ ਤੇ ਇਹਨਾਂ ਨੂੰ ਮਾਰ ਕੇ ਦੂਰ ਕਰ ਦੇ। ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਸਮੱਤ ਵੀ ਦਿੱਤੀ ਨਾਲੇ ਪਾਵਰ ਵੀ ਦਿੱਤੀ। ਇੱਦਾਂ ਕਰਦੇ ਨੇ ਸਤਿਗੁਰੂ ਜੀ ਮਹਾਰਾਜ। ਇਹ ਨਹੀਂ ਇਕੱਲਾ ਗਿਆਨ ਦੇ ਦਿੱਤਾ, ਦਲੇਰੀ ਵੀ ਦਿੰਦੇ ਹੈ, ਲੜਨ ਦੀ ਪਾਵਰ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਦਿੰਦੇ ਨੇ। ਫਿਰ ਪਾਤਸ਼ਾਹ ਕਹਿੰਦੇ ਨੇ ਅਗਲੀ ਪੰਕਤੀ ਦੇ ਵਿੱਚ ਰਹਾਓ, ਪ੍ਰਭ ਸਗਲੇ ਥਾਨ ਵਸਾਏ, ਸੁਖ ਸਾਂਦ ਫਿਰ ਆਏ। ਜਦੋਂ ਫਿਰ ਬੁਕਾਰ ਮਾਰ ਦਿੱਤੇ, ਫਿਰ ਹੈ ਨਾ ਇਹਦੇ ਸਾਰੇ ਥਾਂ ਵਸਦੇ ਹੋ ਗਏ। ਅੱਖਾਂ ਵੀ ਵਸਦੀਆਂ, ਕੰਨ ਵੀ ਵਸਦੇ, ਨੇਤਰ ਵੀ ਵਸਦੇ ਨੇ, ਸਾਰੇ ਗਿਆਨ ਇੰਦਰੀ ਹੁਣ ਵਸਦੇ ਹੋ ਗਏ। ਭਾਵ ਇਹਨਾਂ 'ਚ ਚੈਨ ਆ ਗਈ। ਵਸਦਾ ਕਿਹਨੂੰ ਕਿਹਾ ਜਾਂਦਾ? ਜਿਹੜਾ ਟਿਕਾ ਹੋਵੇ, ਚੈਨ ਹੋਵੇ, ਸੁੱਖ ਹੋਵੇ, ਆਨੰਦ ਹੋਵੇ, ਉਹਨੂੰ ਵਸਦਾ ਕਿਹਾ ਜਾਂਦਾ। ਅੱਖਾਂ 'ਚ ਚੈਨ ਹੈ, ਸੁੱਖ ਹੈ, ਕੰਨਾਂ 'ਚ ਚੈਨ ਹੈ, ਸੁੱਖ ਹੈ, ਇਹ ਵਸਦੇ ਨੇ। ਗਿਆਨ ਇੰਦਰੀ ਹੁਣ ਮੇਰੇ ਵਸਦੇ ਹੋ ਗਏ। ਸਗਲੇ ਥਾਨ ਵਸਾਏ, ਜਿਹਦੇ ਕੋਲ ਗੁਰਬਾਣੀ ਦੇ ਗਿਆਨ ਦੀ ਸ੍ਰੇਸ਼ਟ ਮੱਤ ਹੁੰਦੀ ਹੈ ਨਾ, ਉਹ ਜਿਸ ਮਰਜ਼ੀ ਸਥਾਨ 'ਤੇ ਚਲਾ ਜਾਵੇ ਉੱਥੇ ਆਪ ਵੀ ਸੁੱਖ ਦੇ ਨਾਲ ਵਸਦਾ ਹੈ, ਸੰਗੀਆਂ ਸਾਥੀਆਂ ਨੂੰ ਵੀ ਸੁੱਖ ਦੇ ਨਾਲ ਵਸਾਉਂਦਾ ਹੈ। ਸਗਲੇ ਥਾਨ ਵਸਾਏ। ਰੱਬ ਦਾ ਪਿਆਰਾ ਤਾਂ ਜੰਗਲ ਵਿੱਚ ਚਲਾ ਜਾਵੇ ਮੰਗਲ ਲਾਂਦਾ ਜੀ, ਉਜਾੜ ਵਿੱਚ ਚਲਾ ਜਾਵੇ ਉੱਥੇ ਉਹਨੂੰ ਆਬਾਦ ਕਰ ਦਿੰਦਾ। ਜਿਨ੍ਹਾਂ ਦੇ ਵਿੱਚ ਭਗਤੀ ਦੀ ਸੋ ਕੋਈ ਕਿਰਨ ਨਹੀਂ ਹੈ, ਬੂੰਦ ਮਾਤਰ, ਲੇਸ਼ ਮਾਤਰ ਵੀ ਜਿਨ੍ਹਾਂ ਵਿੱਚ ਬੰਦਗੀ ਨਹੀਂ ਹੈ, ਰੱਬ ਦਾ ਪਿਆਰਾ ਉੱਥੇ ਚਲਾ ਜਾਵੇ ਭਾਈ ਉਹਨਾਂ ਦੇ ਅੰਦਰ ਵੀ ਭਗਤੀ ਦੀ ਫੁਹਾਰ ਪੈਦਾ ਕਰ ਦਿੰਦਾ, ਉਹਨਾਂ ਨੂੰ ਵੀ ਵਸਦੇ ਕਰ ਦਿੰਦਾ। ਵਸਣਾ ਤਾਂ ਜਦੋਂ ਮਨ ਦਾ ਟਿਕਾ ਬਣ ਗਿਆ, ਸਾਰਿਆਂ ਦੇ ਮਨਾਂ ਦਾ ਟਿਕਾ ਕਰ ਦਿੰਦਾ, ਕਿਉਂਕਿ ਉਹਦਾ ਆਪਣਾ ਮਨ ਟਿਕਿਆ ਹੋਇਆ ਹੁੰਦਾ। ਕਹਿੰਦੇ ਸਗਲੇ ਥਾਨ ਵਸਾਏ, ਸੁਖ ਸਾਂਦ ਫਿਰ ਆਏ। ਜਿਹਦੇ ਗਿਆਨ ਅੰਦਰੇ ਵਸਣ ਲੱਗ ਪੈਂਦੇ, ਮਨ ਦਾ ਟਿਕਾ ਬਣ ਜਾਂਦਾ, ਤੇ ਫਿਰ ਸੁੱਖੀ ਸਾਂਦੀ ਇਹ ਮੁੜ ਕੇ ਘਰ ਵਿੱਚ ਆ ਜਾਂਦਾ। ਫਿਰ ਆਏ ਤਾਂ ਮੁੜ ਕੇ ਘਰ ਆ ਗਿਆ। ਸੋ ਮਨ ਟਿਕ ਗਿਆ, ਮੁੜ ਕੇ ਆਪਣੇ ਘਰ ਆ ਗਿਆ। ਇਸੇ ਤਰ੍ਹਾਂ ਜਦੋਂ ਸਰੀਰ ਛੱਡਦਾ, ਸਾਰੇ ਸੰਸਾਰ ਦੇ ਵਿੱਚ ਜਿੰਨਾ ਚਿਰ ਵਸਿਆ ਸੁੱਖੀ ਸਾਂਦੀ ਵਸਿਆ, ਸਾਰੇ ਪਾਸੇ ਘੁੰਮ ਫਿਰ ਕੇ ਜਿੱਥੇ ਜਿੱਥੇ ਪ੍ਰਮਾਤਮਾ ਨੇ ਇਹਨੂੰ ਘੁਮਾਇਆ ਤੇ ਉੱਥੇ ਘੁੰਮਿਆ, ਘਰ ਆਏ, ਮੁੜ ਕੇ ਫੇਰ ਘਰ ਕਿਤੇ ਸੱਚਖੰਡ। ਕਹਿੰਦੇ ਸੱਚਖੰਡ ਫੇਰ ਮੁੜ ਕੇ ਘਰ ਆ ਗਿਆ। ਨਾਨਕ ਪ੍ਰਭ ਸ਼ਰਣਾਏ, ਜਿਨ ਸਗਲੇ ਰੋਗ ਮਿਟਾਏ। ਮੈਂ ਤਾਂ ਸੋ ਪ੍ਰਭੂ ਦੀ ਸ਼ਰਨ ਵਿੱਚ ਆ, ਜਿਸ ਨੇ ਮੇਰੇ ਸਾਰੇ ਰੋਗ ਖਤਮ ਕਰ ਦਿੱਤੇ। ਮੇਰਾ ਹੁਣ ਕੋਈ ਰੋਗ ਹੀ ਨਹੀਂ ਰਿਹਾ, ਮੁੱਖ ਰੋਗ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਖਤਮ ਕਰ ਦਿੱਤੇ। ਸੋ ਸਤਿਗੁਰਾਂ ਨੇ ਮਿਹਰ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਬੁਝੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵ ਹਰੀ ਕੇ ਰਾਮਾ ਨਿਜ ਨੀ ਬਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਹਿੱਸੋ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਹੋ ਆਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ
ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰਗਰਮ ਪਾਇਆ ਦੁਰਜਨ ਕੋ ਸੇ ਨਾਮ ਹਰਖੇ ਲਾਗੇ ਕਹਿ ਨਾਨਕ ਤੈ ਸਕੋ ਆਤਿਤ ਕਰਨ ਦਵਾਜੇ ਅਨ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਹਾ ਭਰਪੂਰੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਨਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਉਤਰੇ ਪਾਰ ਪਾਰ ਉਤਾਰਨ ਹਾਰ
ਕਲਗੀ ਸੋਹੈ ਸੀਸ ਗੁਰ ਕਲਗੀ ਧਾਰ ਜਗਦੀਸ਼। ਸਤਿ ਸ੍ਰੀ ਅਕਾਲ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ। ਸੋਰਠ ਮਹਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ੁਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰਹਿ ਪ੍ਰਤਿਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰਹਿ ਪ੍ਰਤਿਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ